ਹਾਈ ਕਮਾਨ ਦੇ ਫੈਸਲੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਤੇ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਹੁਣ ਕੈਪਟਨ ਨੂੰ ਮਿਲਣਗੇ ਹਰੀਸ਼ ਰਾਵਤ। ਸੁਲ੍ਹਾ ਦੇ ਫਾਰਮੂਲੇ ਤੇ ਜਾਰੀ ਹੈ ਮੰਥਨ। ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਅਜੇ ਵੀ ਸਸਪੈਂਸ। ਸਿੱਧੂ ਦੀ ਹਾਈ ਕਮਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਵੀ ਨਹੀਂ ਹੋਈ ਕੋਈ ਘੋਸ਼ਣਾ। ਸਾਰਿਆਂ ਨੂੰ ਫੈਸਲੇ ਦਾ ਇੰਤਜ਼ਾਰ। ਹਾਈ ਕਮਾਨ ਦੇ ਫੈਸਲੇ ਤੋਂ ਪਹਿਲਾਂ ਹੀ ਸਿੱਧੂ ਦੇ ਸਮਰਥਕਾਂ 'ਚ ਖੁਸ਼ੀ ਦਾ ਮਾਹੌਲ। ਸਮਰਥਕਾਂ ਦਾ ਦਾਅਵਾ ਗੋਲਡਨ ਗੇਟ ਤੇ ਇਕੱਠੇ ਹੋਣ ਦੇ ਲਈ ਮਿਲ ਰਹੇ ਨੇ ਸੁਨੇਹੇ। ਕਾਂਗਰਸ ਛੱਡਣ ਵਾਲੇ ਨੇਤਾਵਾਂ ਤੇ ਬੋਲੇ ਰਾਹੁਲ ਗਾਂਧੀ। ਕਿਹਾ ਡਰਨ ਵਾਲੇ ਪਾਰਟੀ ਛੱਡ ਕੇ ਜਾਣ ਦੇ ਲਈ ਆਜ਼ਾਦ। ਪਾਰਟੀ 'ਚ ਉਹੀ ਰਹੇਗਾ ਜੋ ਨਹੀਂ ਡਰੇਗਾ। ਸੀਐਮ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦਾ ਮਸਲਾ ਸੁਲਝਾਉਣ ਦੀ ਕੀਤੀ ਅਪੀਲ। ਕਿਹਾ ਸਰਹੱਦ ਪਾਰ ਤੋਂ ਕਿਸਾਨਾਂ ਨੂੰ ਭੜਕਾਉਣ ਦੀ ਹੋ ਸਕਦੀ ਹੈ ਕੋਸ਼ਿਸ਼। ਸੂਬੇ 'ਚੋਂ ਦਿਨੋਂ ਦਿਨ ਬਰਾਮਦ ਹੋ ਰਹੇ ਹਥਿਆਰਾਂ ਦਾ ਵੀ ਦਿੱਤਾ ਹਵਾਲਾ। ਸਰਬਦਲੀ ਵਫਦ ਦੇ ਨਾਲ ਮੁਲਾਕਾਤ ਦੇ ਲਈ ਪ੍ਰਧਾਨ ਮੰਤਰੀ ਤੋਂ ਸਮਾਂ ਵੀ ਮੰਗਿਆ। ਕਰਜ਼ ਮਾਫੀ ਤੇ ਸਵਾਲ ਚੁੱਕਣ ਨੂੰ ਲੈ ਕੇ ਕੈਪਟਨ ਨੇ ਆਮ ਆਦਮੀ ਪਾਰਟੀ ਤੇ ਸਾਧਿਆ ਨਿਸ਼ਾਨਾ। ਕਿਹਾ ਕੇਜਰੀਵਾਲ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਬੇਨਕਾਬ। ਖੁਦ ਕਿਸਾਨਾਂ ਦੇ ਲਈ ਕੁਝ ਨਹੀਂ। ਦਿੱਲੀ 'ਚ ਕੇਜਰੀਵਾਲ ਦੇ ਖੇਤੀ ਕਾਨੂੰਨ ਲਾਗੂ ਕੀਤੇ। ਭਗਵੰਤ ਮਾਨ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਨੂੰ ਲਿਖੀ ਚਿੱਠੀ। ਕਿਹਾ ਪਾਰਲੀਮੈਂਟ ਸੈਸ਼ਨ ਦਾ ਬਾਈਕਾਟ ਕਰਨ ਦੀ ਥਾਂ ਜ਼ੋਰ ਸ਼ੋਰ ਦੇ ਨਾਲ ਚੁੱਕੇ ਜਾਣ ਕਿਸਾਨਾਂ ਦੇ ਮੁੱਦੇ। ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੇ ਲਈ ਕਰੋ ਮਜਬੂਰ। ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਨੇ ਅਕਾਲੀ ਦਲ ਬਸਪਾ ਗਠਜੋੜ ਨੂੰ ਦਿੱਤਾ ਸਮਰਥਨ। 117 ਸੀਟਾਂ ਤੇ ਸਮਰਥਨ ਕਰੇਗੀ ਡੀਪੀਆਈ। ਸੁਖਬੀਰ ਬਾਦਲ ਬੋਲੇ ਹੋਰ ਵੀ ਪਾਰਟੀਆਂ ਨਾਲ ਹੀ ਚੱਲ ਰਹੀ ਹੈ ਗੱਲਬਾਤ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ ਕੁਰਬਾ ਵਧਾਉਣ ਦੇ ਵਿੱਚ ਲੱਗੀ ਬੀਜੇਪੀ। ਕਈ ਆਗੂ ਬੀਜੇਪੀ ਦੇ ਵਿੱਚ ਹੋਈ ਸ਼ਾਮਲ। ਅਸ਼ਵਨੀ ਸ਼ਰਮਾ ਨੇ ਕੀਤਾ ਵੈਲਕਮ। ਮੀਂਹ ਕਰਕੇ ਪੰਜਾਬ ਦੇ ਦਰਿਆਵਾਂ 'ਚ ਵੱਧ ਰਿਹਾ ਪਾਣੀ ਦਾ ਪੱਧਰ। ਸਤਲੁਜ ਤੇ ਬਣੇ ਤੁਸੀਂ ਬੰਦ ਦੀ ਹਾਲਤ ਖਸਤਾ। ਨਾਲ ਦੇ ਪਿੰਡਾਂ ਤੇ ਮੰਡਰਾ ਰਿਹਾ ਹੜ੍ਹ ਦਾ ਖਤਰਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੀ। ਜੀ ਹਾਂ, ਆਮ ਆਦਮੀ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਨਿਸ਼ਾਨਾ ਸਾਧ ਰਹੇ ਨੇ ਕਿਸਾਨਾਂ ਦੇ ਮੁੱਦੇ ਉੱਤੇ। ਜੀ ਹਾਂ, ਕਿਸਾਨਾਂ ਦੇ ਆਲੇ ਦੁਆਲੇ ਘੁੰਮਦੀ ਹੋਈ ਪੰਜਾਬ ਦੀ ਸਿਆਸਤ ਇਸ ਸਮੇਂ ਨਜ਼ਰ ਆ ਰਹੀ ਹੈ। ਕਰਜ਼ ਮਾਫੀ ਦੇ ਸਵਾਲ ਦੇ ਉੱਤੇ, ਕਰਜ਼ ਮਾਫੀ ਤੇ ਸਵਾਲ ਚੁੱਕਣ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵਰੇ ਨੇ ਆਮ ਆਦਮੀ ਪਾਰਟੀ ਉੱਤੇ। ਉਹਨਾਂ ਨੇ ਕੇਜਰੀਵਾਲ ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਇਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਲਈ ਕੁਝ ਨਹੀਂ ਕੀਤਾ। ਦਿੱਲੀ 'ਚ ਕੇਜਰੀਵਾਲ ਨੇ ਖੇਤੀ ਕਾਨੂੰਨ ਲਾਗੂ ਕੀਤੇ ਨੇ। ਕੇਜਰੀਵਾਲ ਦਾ ਦਿੱਲੀ ਮਾਡਲ ਪੂਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਇਆ ਹੈ। ਨਾ ਪੰਜਾਬ ਤੇ ਨਾ ਕਿਸੇ ਹੋਰ ਸੂਬੇ ਨੂੰ ਕੇਜਰੀਵਾਲ ਦੇ ਮਾਡਲ ਦੀ ਜ਼ਰੂਰਤ ਹੈ। ਤਾਂ ਆਮ ਆਦਮੀ ਪਾਰਟੀ ਦੇ ਉੱਤੇ ਵਰਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। 590 ਕਰੋੜ ਦੀ ਕਰਜ਼ ਮਾਫੀ ਦਾ ਜ਼ਿਕਰ ਕੀਤਾ ਗਿਆ ਸੀ। ਐਲਾਨ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨ ਨੇ ਉਹਨਾਂ ਦੇ ਲਈ। ਤੇ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਬਿਆਨਾਂ ਦੇ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜ਼ਿਕਰ ਕਰ ਰਹੇ ਨੇ ਕਿ ਕੇਜਰੀਵਾਲ ਨੇ ਖੁਦ ਕੀ ਕੀਤਾ ਉਹ ਦੱਸਣ। ਖੇਤੀ ਕਾਨੂੰਨ ਜਿਹੜੇ ਲਾਗੂ ਕਰ ਦਿੱਤੇ ਦਿੱਲੀ, ਜਿਹੜੇ ਰੱਦ ਕਰਨ ਦੀ ਮੰਗ ਹੋ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਡਲ ਜਿਹੜਾ ਦਿੱਲੀ ਮਾਡਲ ਦਾ ਜ਼ਿਕਰ ਕੇਜਰੀਵਾਲ ਕਰਦੇ ਨੇ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ। ਤੇ ਮੁੱਖ ਮੰਤਰੀ ਨੇ ਇਹ ਵੀ ਬਿਆਨ ਦਿੱਤਾ ਕਿ ਨਾ ਤਾਂ ਪੰਜਾਬ ਨੂੰ ਤੇ ਨਾ ਹੀ ਦੇਸ਼ ਦੇ ਵਿੱਚ ਕਿਸੇ ਹੋਰ ਸੂਬੇ ਨੂੰ ਜ਼ਰੂਰਤ ਹੈ ਦਿੱਲੀ ਮਾਡਲ ਦੀ। ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਸੌਗਾਤ ਦਿੱਤੀ ਗਈ ਸੀ ਸੂਬਾ ਸਰਕਾਰ ਦੇ ਵੱਲੋਂ ਭੂਮੀਹੀਣ ਕਿਸਾਨਾਂ ਤੇ ਮਜ਼ਦੂਰਾਂ ਨੂੰ। ਜੋ ਸੌਗਾਤ ਦਿੱਤੀ ਗਈ ਹੈ 590 ਕਰੋੜ ਦੀ ਕਰਜ਼ ਮਾਫੀ। 2,85,325 ਖੇਤੀ ਮਜ਼ਦੂਰਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਇਸ ਦੇ ਵਿੱਚ ਬੇਜ਼ਮੀਨੇ ਕਿਸਾਨ ਵੀ ਨੇ। 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਹੋਵੇਗਾ ਜਿਸ ਦੇ ਵਿੱਚ ਚੈੱਕ ਵੰਡੇ ਜਾਣਗੇ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਪੂਰਾ ਬਿਊਰਾ ਕੀ ਹੈ। ਕੈਪਟਨ ਸਰਕਾਰ ਦੀ ਇਸ ਸੌਗਾਤ ਦਾ 4624 ਕਰੋੜ ਦਾ ਕਰਜ਼ ਮਾਫ ਹੋ ਚੁੱਕਿਆ ਹੈ ਜੋ ਸਰਕਾਰ ਦਾਅਵਾ ਕਰ ਰਹੀ ਹੈ। 5,64,000 ਕਿਸਾਨਾਂ ਨੂੰ ਇਸ ਦਾ ਫਾਇਦਾ ਹੋਇਆ। ਐਸਸੀ ਕਾਰਪੋਰੇਸ਼ਨ ਤੋਂ 58.39 ਕਰੋੜ ਦਾ ਕਰਜ਼ ਮਾਫ ਹੋਇਆ। ਬੀਸੀ ਕਾਰਪੋਰੇਸ਼ਨ ਤੋਂ 20.71 ਕਰੋੜ ਦਾ ਕਰਜ਼ ਮਾਫ ਹੋਇਆ ਹੈ।
ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਦਾ ਮਸਲਾ ਚੱਕਿਆ ਹੈ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਮਸਲਾ ਸੁਲਝਾਇਆ ਜਾਵੇ, ਜਲਦ ਸੁਲਝਾਇਆ ਜਾਵੇ, ਇਹ ਅਪੀਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਹੱਦ ਪਾਰ ਤੋਂ ਹੋ ਰਹੀਆਂ ਸਾਜ਼ਿਸ਼ਾਂ ਦਾ ਵੀ ਧਿਆਨ ਰੱਖਿਆ ਜਾਵੇ। ਉਸ ਦਾ ਵੀ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਤੁਰੰਤ ਗੱਲਬਾਤ ਸ਼ੁਰੂ ਕੀਤੀ ਜਾਵੇ, ਮਸਲੇ ਸੁਲਝਾਉਣ ਦੇ ਲਈ ਉਸਾਰੂ ਯਤਨ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਮੁੱਖ ਮੰਤਰੀ ਨੇ ਸਰਬਦਲੀ ਵਫਦ ਦੇ ਨਾਲ ਪ੍ਰਧਾਨ ਮੰਤਰੀ ਨਾਲ ਗੱਲਬਾਤ ਦਾ ਮਤਾ ਰੱਖਿਆ। ਕੁਝ ਸਿਆਸੀ ਪਾਰਟੀਆਂ ਭੜਕਾਊ ਬਿਆਨਬਾਜ਼ੀ ਕਰ ਰਹੀਆਂ ਨੇ, ਸੂਬੇ ਦੀ ਅਮਨ ਸਥਿਤੀ ਦੀ ਸਮੱਸਿਆ ਇਸ ਬਿਆਨਾਂ ਦੇ ਨਾਲ ਖੜੀ ਹੋ ਸਕਦੀ ਹੈ, ਸੂਬੇ ਦੀ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਰਕੇ ਗੱਲਬਾਤ ਸ਼ੁਰੂ ਕਰਕੇ ਇਸ ਪੂਰੇ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਮੁੱਖ ਮੰਤਰੀ ਇਹ ਅਪੀਲ ਕਰਦੇ ਨਜ਼ਰ ਆਏ। ਪਾਰਲੀਮੈਂਟ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਗਰਮੀਆਂ ਇੱਕ ਵਾਰ ਮੁੜ ਤੋਂ ਤੇਜ਼ ਹੋ ਗਈਆਂ ਨੇ। ਕਿਸਾਨਾਂ ਦੇ ਪਾਰਲੀਮੈਂਟ ਪਲਾਨ ਤੋਂ ਬਾਅਦ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਖੁਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਗੱਲਬਾਤ ਬਹਾਲੀ ਦੀ ਮੰਗ ਕੀਤੀ ਤਾਂ ਕਿ ਜਲਦ ਤੋਂ ਜਲਦ ਮਸਲੇ ਦਾ ਹੱਲ ਕੀਤਾ ਜਾਵੇ। ਸੀਐਮ ਸੁਲਾਹ ਦੀ ਕੋਸ਼ਿਸ਼ ਦੇ ਵਿੱਚ ਨੇ, ਜਦੋਂ ਕਿ ਬੀਜੇਪੀ ਯਾਦ ਦਿਵਾ ਰਹੀ ਹੈ ਕਿ ਕੇਂਦਰ ਤਾਂ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ। ਲੈਟਰ ਤੇ ਤਾਂ ਲਿਖਣ ਦੀ ਜ਼ਰੂਰਤ ਪੈਂਦੀ ਹੈ ਜੇਕਰ ਕੇਂਦਰ ਗੱਲਬਾਤ ਦੇ ਦਰਵਾਜ਼ੇ ਬੰਦ ਕਰਕੇ ਬੈਠਾ ਹੋਏ। ਕੇਂਦਰ ਨੇ ਤਾਂ ਗੱਲਬਾਤ ਦੇ ਦਰਵਾਜ਼ੇ ਜਿਹੜੇ ਆ ਖੁੱਲੇ ਰੱਖੇ ਹੋਏ ਨੇ। ਅਕਾਲੀ ਦਲ ਦਾ ਐਲਾਨ ਹੈ ਕਿ ਕੰਮ ਰੋਕੋ ਮਤੇ ਦੇ ਜ਼ਰੀਏ ਸਰਕਾਰ ਤੋਂ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਦੇ ਉੱਤੇ ਸਵਾਲ ਪੁੱਛੇ ਜਾਣਗੇ। ਮੈਂ ਸਾਰੀਆਂ ਪਾਰਟੀ ਨੂੰ ਮੈਂ ਅਪੀਲ ਕਰ ਰਿਹਾ ਕਿ ਜੋ ਐਡਜਰਨਮੈਂਟ ਮੋਸ਼ਨ ਕਿਸਾਨਾਂ ਦੇ ਹੱਕ ਵਿੱਚ ਕਿ ਆ ਜਿਹੜੇ ਕਾਲੇ ਕਾਨੂੰਨ ਬੀਜੇਪੀ ਸਰਕਾਰ ਨੇ ਮੋਦੀ ਸਰਕਾਰ ਨੇ ਬਣਾਏ ਆ ਉਹਨੂੰ ਇੱਕਦਮ ਰੱਦ ਕੀਤਾ ਜਾਏ। ਉਹ ਐਡਜਰਨਮੈਂਟ ਮੋਸ਼ਨ ਮੈਂ ਸਾਰੀਆਂ ਪਾਰਟੀਆਂ ਕੋਲੇ ਜਾਊਂਗਾ, ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਸਾਡੇ ਦਸਤਖਤ ਕਰਕੇ ਸਾਨੂੰ ਸਪੋਰਟ ਕਰਨ। ਇਹ ਹਲਚਲ ਅਜਿਹੇ ਦੌਰ ਦੇ ਵਿੱਚ ਹੋ ਰਹੀ ਹੈ ਜਦੋਂ ਕਿਸਾਨ ਵਿਰੋਧੀ ਪਾਰਟੀਆਂ ਦੇ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਚੁੱਕਣ ਦੇ ਪਲਾਨ ਬਣਾ ਚੁੱਕੇ ਨੇ। ਇਸ ਦੇ ਲਈ ਬਕਾਇਦਾ ਉਹਨਾਂ ਨੂੰ ਚਿੱਠੀਆਂ ਤੱਕ ਪਹੁੰਚਾਉਣੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਸੰਸਦ ਦੇ ਅੰਦਰ ਰਹਿ ਕੇ ਸਰਕਾਰ ਨੂੰ ਖੇਤੀ ਕਾਨੂੰਨਾਂ ਦੇ ਉੱਤੇ ਘੇਰਿਆ ਜਾਵੇ। ਮੈਂ ਇਹਨਾਂ ਨੂੰ ਅੱਜ ਬੇਨਤੀ ਕੀਤੀ ਕਿ ਮੈਂ ਤਾਂ ਪਹਿਲਾਂ ਹੀ ਅੱਜ ਆਪਣੇ ਲੀਡਰ ਨਾਲ ਗੱਲ ਕਰਕੇ ਮੈਂ ਆਪਣੇ ਨਾਂ ਦਾ ਔਰ ਪਾਰਟੀ ਦਾ ਐਡਜਰਨਮੈਂਟ ਮੋਸ਼ਨ ਅਸੀਂ ਪਾ ਰਹੇ ਹਾਂ ਕਿ ਪਾਰਲੀਮੈਂਟ ਬਾਅਦ ਚ ਚਲਾਇਓ, ਪਹਿਲਾਂ ਕਿਸਾਨਾਂ ਦੇ ਮੁੱਦੇ ਔਰ ਇਹਨਾਂ ਨੂੰ ਕਾਨੂੰਨ ਵਾਪਸ ਲੈਣ ਦੀ ਕਾਰਵਾਈ ਕਰੋ। ਵੀ ਮੈਂ ਤਾਂ ਅੱਜ ਹੀ ਆਪਣਾ ਸਪੀਕਰ ਸਾਹਿਬ ਨੂੰ ਆਪਣੀ ਬੇਨਤੀ ਭੇਜਦੀ ਹਾਂ ਔਰ ਬਿਲਕੁਲ ਇਹਨਾਂ ਦੀ ਪੂਰੀ ਲੜਾਈ ਕਰਾਂਗੇ, ਕਾਨੂੰਨ ਵਾਪਸ ਕਰਾਉਣਗੇ। ਕਿਸਾਨਾਂ ਦੀ ਚਿੱਠੀ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੀ ਚਿੱਠੀ ਜਾਰੀ ਕਰ ਦਿੱਤੀ। ਭਗਵੰਤ ਮਾਨ ਨੇ ਬਾਕੀ ਸਿਆਸੀ ਪਾਰਟੀਆਂ ਨੂੰ ਮੰਗ ਕੀਤੀ ਕਿ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦਾ ਮਸਲਾ ਚੁੱਕਿਆ ਜਾਵੇ, ਯਾਨੀ ਕਿਸਾਨਾਂ ਦੇ ਪਾਰਲੀਮੈਂਟ ਪਲਾਨ ਨੇ ਘੱਟ ਤੋਂ ਘੱਟ ਵਿਰੋਧੀ ਧਿਰਾਂ ਨੂੰ ਤਾਂ ਆਪਣੀ ਰਣਨੀਤੀ ਦੇ ਵਿੱਚ ਕਿਸਾਨਾਂ ਨੂੰ ਜੋੜਨ ਦੇ ਲਈ ਮਜਬੂਰ ਕਰ ਦਿੱਤਾ ਹੈ। ਪਰ ਬੀਜੇਪੀ ਜਾਂ ਕੇਂਦਰ ਦੇ ਉੱਤੇ ਇਸ ਦਾ ਕਿੰਨਾ ਅਸਰ ਹੋਵੇਗਾ, ਇਸ ਦਾ ਫਿਲਹਾਲ ਨਹੀਂ ਪਤਾ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਦਿੱਲੀ ਸਰਕਾਰ ਦੇ ਨਾਲ ਜੁੜੀ ਹੋਈ ਹੈ। ਕੇਜਰੀਵਾਲ ਕੈਬਨਿਟ ਨੇ ਦਿੱਲੀ ਪੁਲਿਸ ਦਾ ਪੈਨਲ ਖਾਰਿਜ ਕਰ ਦਿੱਤਾ ਹੈ। ਦਿੱਲੀ ਪੁਲਿਸ ਦਾ ਵਕੀਲਾਂ ਦਾ ਪੈਨਲ ਇਹ ਖਾਰਿਜ ਕੀਤਾ ਗਿਆ। ਕਿਸਾਨ ਅੰਦੋਲਨ ਦੇ ਨਾਲ ਜੁੜੇ ਮਾਮਲਿਆਂ ਦੇ ਲਈ ਇਹ ਪੈਨਲ ਬਣਾਇਆ ਗਿਆ ਸੀ। ਐਲਜੀ ਚਾਹੁੰਦੇ ਸਨ ਕਿ ਦਿੱਲੀ ਸਰਕਾਰ ਪੈਨਲ ਨੂੰ ਮਨਜ਼ੂਰੀ ਦੇਵੇ। ਦਿੱਲੀ ਸਰਕਾਰ ਸਰਕਾਰੀ ਵਕੀਲਾਂ ਨੂੰ ਮਾਮਲੇ 'ਚ ਲਗਾਉਣਾ ਚਾਹੁੰਦੀ ਹੈ। ਹੁਣ ਕੈਬਨਿਟ ਦਾ ਫੈਸਲਾ ਰਾਜਪਾਲ ਨੂੰ ਉਪ ਰਾਜਪਾਲ ਨੂੰ ਭੇਜਿਆ ਜਾਵੇ। ਉਧਰ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਘੇਰੇ ਨੇ। ਜੀ ਹਾਂ, ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਸਾਰੀਆਂ ਪਾਰਟੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨਾਂ ਨੇ ਤੁਹਾਨੂੰ ਦੱਸ ਦਈਏ ਕਿ ਘੇਰੇ ਨੇ ਆਮ ਆਦਮੀ ਪਾਰਟੀ ਦੇ ਲੀਡਰ। ਰਾਮਪੁਰਾ ਫੂਲ ਦੇ ਵਿੱਚ ਆਪ ਲੀਡਰਾਂ ਨੂੰ ਘੇਰਾ ਪਾਇਆ। ਪਿੰਡ ਬੱਲੋ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਆਮ ਆਦਮੀ ਪਾਰਟੀ ਦੇ ਲੀਡਰ। ਪਿੰਡ ਦੇ ਵਿੱਚ ਲੀਡਰਾਂ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਇਹ ਕਿਸਾਨ ਆਗੂ ਜਿਹੜੇ ਉੱਥੇ ਪਹੁੰਚੇ ਹੋਏ ਸੀ ਉਹ ਕਹਿੰਦੇ ਹੋਏ ਨਜ਼ਰ ਆਏ। ਤਾਂ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਹੈਗੇ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਲੈਕਸ਼ਨ ਮੋਡ ਦੇ ਵਿੱਚ ਤਾਂ ਤਕਰੀਬਨ ਹਰ ਪਾਰਟੀ ਪਹੁੰਚ ਚੁੱਕੀ ਹੈ।
ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਤਾਂ ਇਸ ਸਮੇਂ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਰਾਮਪੁਰਾ ਫੂਲ ਤੋਂ ਹੈ, ਜਿੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਰਨਾ ਪਿਆ। ਕਰਦੇ ਸਾਡੇ ਸਹਿਯੋਗੀ ਇਸ ਸਮੇਂ ਉਮੇਸ਼ ਸਿੰਘਲਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਉਮੇਸ਼, ਜਾਣਨਾ ਚਾਹਾਂਗੇ ਕੀ ਕੁਝ ਘਟਨਾਕ੍ਰਮ ਵਾਪਰਿਆ ਉੱਥੇ। ਜੀ ਗੌਰਵ, ਆਮ ਆਦਮੀ ਪਾਰਟੀ ਦੇ ਜੋ ਸਤਵੀਰ ਸਿੰਘ ਹਨ ਉਹ ਇਹਨਾਂ ਪਿੰਡਾਂ ਵਿੱਚ ਆਪਣੇ ਪ੍ਰਚਾਰ ਲਈ ਆਏ ਸਨ, ਜਿੱਥੇ ਕਿਸਾਨ ਯੂਨੀਅਨ ਵੱਲੋਂ ਉਹਨਾਂ ਦਾ ਵਿਰੋਧ ਕਰਿਆ ਗਿਆ ਕਿਉਂਕਿ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਿਆ ਹੋਇਆ ਹੈ। ਮੌੜ ਹਲਕੇ ਦੇ 4-5 ਪਿੰਡ ਹਨ ਜਿੱਥੇ ਕਿਹਾ ਗਿਆ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਉਹਨਾਂ ਕੋਲੋਂ ਸਮਰਥਨ ਲੈਣ ਨਾ ਆਵੇ, ਕਿਉਂਕਿ ਅਸੀਂ ਕਿਸੇ ਨੂੰ ਸਮਰਥਨ ਨਹੀਂ ਦੇਣਾ ਹੈ ਅਤੇ ਜਿੰਨੀ ਦੇ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਰਾਜਨੀਤਿਕ ਪਾਰਟੀਆਂ ਦਾ ਇਹ ਪਿੰਡ ਵਿਰੋਧ ਹੀ ਕਰਨਗੇ। ਇਸੇ ਤਰ੍ਹਾਂ ਹੀ ਅੱਜ ਆਮ ਆਦਮੀ ਪਾਰਟੀ ਦੇ ਸਤਵੀਰ ਸਿੰਘ ਜਦੋਂ ਪ੍ਰਚਾਰ ਲਈ ਆਏ ਤਾਂ ਉਹਨਾਂ ਦਾ ਕੱਟ ਕੇ ਪਿੰਡ ਵਾਲਿਆਂ ਨੇ ਤੇ ਕਿਸਾਨ ਯੂਨੀਅਨ ਦਾ ਵਿਰੋਧ ਕਰਿਆ ਗਿਆ। ਉਮੇਸ਼, ਕਿਹੜੇ ਲੀਡਰ ਨੇ ਇਹ ਇਲੈਕਸ਼ਨ ਲੜ ਚੁੱਕੇ ਨੇ? ਕੌਣ ਪਹੁੰਚਿਆ ਹੋਇਆ ਸੀ? ਕਿਹੜਾ ਵੱਡਾ ਨਾਮ ਸੀ ਆਮ ਆਦਮੀ ਪਾਰਟੀ ਦਾ? ਇਹ ਆਮ ਆਦਮੀ ਪਾਰਟੀ ਦੇ ਫਿਲਹਾਲ ਤਾਂ ਇੰਚਾਰਜ ਨੇ ਸਤਵੀਰ ਸਿੰਘ, ਜੋ ਮੌੜ ਹਲਕੇ ਤੋਂ ਨੇ। ਮੌੜ ਮੰਡੀ ਵਿੱਚ ਰਹਿੰਦੇ ਨੇ ਤੇ ਇਹਨਾਂ ਵੱਲੋਂ ਹਲਕੇ ਵਿੱਚ ਅੱਜ ਪ੍ਰਚਾਰ ਸ਼ੁਰੂ ਕਰਿਆ ਗਿਆ ਸੀ, ਪਰ ਇਹਨਾਂ ਨੂੰ ਪ੍ਰਚਾਰ ਕਰਨ ਨਹੀਂ ਦਿੱਤਾ ਗਿਆ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੁਝ ਇਸ ਤਰੀਕੇ ਦੀ ਹੀ ਤਸਵੀਰ ਬਣ ਰਹੀ ਹੈ ਇਸ ਸਮੇਂ ਪੰਜਾਬ ਦੇ ਵਿੱਚ। ਜਿੱਥੇ ਵੀ ਸਿਆਸੀ ਆਗੂ ਪਹੁੰਚਦੇ ਨੇ ਪ੍ਰਚਾਰ ਕਰਨ ਦੇ ਲਈ, ਉੱਥੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ, ਕਿਉਂਕਿ ਹਰ ਕੋਈ ਇਸ ਸਮੇਂ ਕਿਸਾਨ ਖਾਸ ਤੌਰ ਤੇ ਕਹਿ ਰਹੇ ਨੇ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਦਾ ਪੂਰਾ ਰੀੜਕਾ ਹੱਲ ਨਹੀਂ ਹੋ ਜਾਂਦਾ ਉਸ ਵੇਲੇ ਤੱਕ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਵੱਖ-ਵੱਖ ਪਿੰਡਾਂ ਦੇ ਵਿੱਚ ਵਿਰੋਧ ਦਾ ਜ਼ਰੂਰ ਸਾਹਮਣਾ ਕਰਨਾ ਪਏਗਾ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਆਗੂ ਪੁਰਸ਼ੋਤਮ ਚੱਡਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਦੇ ਦੌਰਾਨ 117 ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰੇਗੀ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ DPI ਦੇ ਸਮਰਥਨ ਦੇ ਲਈ ਧੰਨਵਾਦ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਕਈ ਪਾਰਟੀਆਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਿਹੜੀਆਂ ਪਾਰਟੀਆਂ ਪੰਜਾਬ ਹਿਤੈਸ਼ੀ ਨੇ ਉਹ ਵੀ ਅਕਾਲੀ ਦਲ ਦੇ ਨਾਲ ਜੁੜਨ ਦੇ ਲਈ ਤਿਆਰ ਨੇ। ਵੀ ਇਲੈਕਸ਼ਨ ਦਾ 5 ਮਹੀਨੇ ਪਏ ਆ, ਆਉਣ ਨੂੰ 6 ਮਹੀਨੇ ਪਏ ਆ, ਔਰ ਅੱਜ ਹੀ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਅਕਾਲੀ ਦਲ BSP ਦਾ ਖੁੱਲ ਕੇ ਪੂਰੇ ਪੰਜਾਬ ਦੇ 117 ਹਲਕਿਆਂ ਦਾ ਸਮਰਥਨ ਕਰਦੀ ਆ। 117 ਹਲਕਿਆਂ ਦਾ ਸਮਰਥਨ ਕਰਦੀ ਆ। ਪੁਰਸ਼ੋਤਮ ਲਾਲ ਚੱਡਾ ਜੀ ਉਹਨਾਂ ਨੇ ਆਪਣੀ ਸਾਰੇ ਸਮਰਥਨਾਂ ਨਾਲ, ਸਾਰੀ ਟੀਮ ਨਾਲ ਫੈਸਲਾ ਕੀਤਾ ਕਿ ਅੱਜ ਐਕਤੀ ਪੰਜਾਬ ਵਿੱਚ ਗਰੀਬ ਕਿਸਾਨ ਮਜ਼ਦੂਰ ਦੀ, ਵਪਾਰੀ ਦੀ, ਦੁਕਾਨਦਾਰ ਦੀ ਸਰਕਾਰ ਬਣ ਲੱਗੀ ਹੈ ਕਿ ਇਸ ਕਰਕੇ ਆਪਾਂ ਫੁੱਲ ਸਪੋਰਟ ਅਸੀਂ ਇਸ ਸਰਕਾਰ ਨੂੰ ਦੇਣਾ ਹੈ। ਤੇ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਸਾਨੂੰ ਬਹੁਤ ਵੱਡੀ ਤਾਕਤ ਹੁਣ ਮਿਲ ਜੂਗੀ। ਜਿਹੜੇ ਪੰਜਾਬ ਵਿਦੇਸ਼ੀ ਪਾਰਟੀਆਂ ਉਹ ਸਾਰੀਆਂ ਇਕੱਠੀਆਂ ਹੋ ਰਹੀਆਂ ਇੱਕ ਝੰਡੇ ਥੱਲੇ, ਕਿਉਂਕਿ ਸਾਡੀ, ਜਿਵੇਂ ਮੈਂ ਕਿਹਾ, ਸੋਚ ਪੰਜਾਬੀਆਂ ਨੂੰ ਜੋੜਨਾ ਹੈ, ਤੋੜਨਾ ਨਹੀਂ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਸਕੂਲਾਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਸਕੂਲਾਂ ਦੇ ਖੁੱਲਣ ਦਾ ਇੰਤਜ਼ਾਰ ਹੈ, ਪਰ ਇਸ ਸਭ ਦੇ ਵਿਚਾਲੇ ਹਰਿਆਣਾ ਦੇ ਵਿੱਚ ਸਕੂਲ ਖੁੱਲ ਗਏ। 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲੇ ਗਏ ਨੇ। ਕੋਰੋਨਾ ਦੇ ਮੱਦੇਨਜ਼ਰ ਸਕੂਲਾਂ ਦੇ ਵਿੱਚ ਵਿਸ਼ੇਸ਼ ਇੰਤਜ਼ਾਮ ਵੀ ਕੀਤੇ ਗਏ ਨੇ। ਵਿਦਿਆਰਥੀਆਂ ਤੇ ਸਟਾਫ ਦੇ ਲਈ ਮਾਸਕ ਜ਼ਰੂਰੀ ਹੈ। ਇੱਕ ਕਲਾਸ ਦੇ ਵਿੱਚ 30 ਵਿਦਿਆਰਥੀ ਬੈਠ ਸਕਣਗੇ। ਸਕੂਲ ਆਉਣ ਦੇ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਪਹਿਲਾਂ ਦੀ ਤਰ੍ਹਾਂ ਆਨਲਾਈਨ ਕਲਾਸਿਸ ਵੀ ਜਾਰੀ ਰਹੇ। एक लंबे इंतजार के बाद अब स्कूल खुल चुके हैं, बच्चे स्कूलों में पहुंच रहे हैं। करनाल की हम आपको तस्वीर दिखा रहे हैं। ये सरकारी स्कूल है और यहाँ पर बच्चे मन लगाकर अब पढ़ते हुए नजर आ रहे हैं, क्योंकि पिछले दिनों कोविड के चलते, लॉकडाउन के चलते हरियाणा सरकार ने स्कूल बंद कर दिए थे, लेकिन ऑनलाइन शिक्षा जारी थी। अब ऑनलाइन के साथ साथ ऑफलाइन शिक्षा भी जारी रहेगी। परिवार की सहमति जरूरी है, यानी कि बच्चे
अगर स्कूल में आएंगे तो परिवार की सहमति के बिना नहीं आएंगे। तमाम प्रोटोकॉल्स का ध्यान रखा गया है। कुछ बच्चों से भी हम बातचीत करेंगे, साथ ही साथ टीचर से भी हम बातचीत करेंगे। बेटा, कैसा लग रहा है स्कूल में आकर? हमें बहुत अच्छा लग रहा है स्कूल में आकर। जो ऑनलाइन पढ़ाई वो सही से नहीं हो पा रही थी, अब टीचर से वो अच्छे से समझाएंगे, जिससे हमें बहुत अच्छे से समझ जाएगा। और कुछ बच्चे होते हैं जिनके पास फ़ोन नहीं होता, या उनके पेरेंट्स के पास फ़ोन जो है वो ले जाते हैं, जिससे उनकी पढ़ाई नहीं हो पाती, लेकिन स्कूल आके वो प्रॉपर पढ़ाई कर पाएंगे। तो इसलिए हमें बहुत अच्छा लग रहा है। तो आप देख सकते हैं छोटे छोटे बच्चे हैं और पढ़ते हुए नजर आ रहे हैं। टीचर से भी हम बात कर लेते हैं। मैम, लंबा इंतजार हो गया था, ये रजिस्टर शायद आपने भी नहीं देखा होगा, लेकिन आज ये रजिस्टर आप देख पा रहे हैं। बिल्कुल जी, बिल्कुल। आज वही मैं अटेंडेंस के लिए ही रोस्टर बनाना है बच्चों का, जैसे बना के ग्रुप में भेजा है, तो उसी के लिए ही मैं ये देख रही थी अभी। और बच्चे जो हैं वो भी बच्चे अपने पेरेंट्स की जो है कंसेंट लेटर लेके ही स्कूल में आए हैं। अदरवाइज़ बच्चे आज अलाउड नहीं थे स्कूल में आने, कि पेरेंट्स की अगर सहमति है तभी बच्चे स्कूल में आएंगे, अदरवाइज नहीं आएंगे। तो ध्यान रखा जा रहा है कोविड प्रोटोकॉल? बिल्कुल जी, बिल्कुल। आप देख ही रहे हो। तो आप देख सकते हैं तमाम बच्चे हैं जो पढ़ते हुए नजर आ रहे हैं। कोविड प्रोटोकॉल का ध्यान रखा जा रहा है। जो बच्चे आज आए हैं वो कल नहीं आएंगे, यानी कि 50% बच्चे एक दिन बुलाए गए हैं। उसके बाद दूसरे दिन जो 50% बच्चे रह गए हैं उन्हें बुलाया गया है, यानी कि एक सिलसिलेवार ढंग से बच्चों की पढ़ाई होती रहे और बच्चे आगे बढ़े, क्योंकि काफी असर पड़ रहा था ऑनलाइन शिक्षा पर, बच्चों की पढ़ाई पर। बच्चे ज्यादा अच्छे ढंग से नहीं समझ पा रहे थे, लेकिन अब स्कूल लगने शुरू हो गए हैं तो बच्चे बेहतर तरीके से शिक्षा ग्रहण कर पाएंगे। न्यूज़ 18 के लिए करनाल से हिमांशु नारंग। हरियाणा में लगभग 3 महीने बाद स्कूल खुलने जा रहे हैं। हालांकि हरियाणा सरकार ने 9वीं से 12वीं तक स्कूल खोलने का फैसला लिया है। इस वक्त हम हरियाणा के जींद में सरकारी स्कूल में हैं। अब देखिए कि बच्चे यहाँ पर ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨੇ, ਪਰ ਖਤਰਾ ਅਜੇ ਵੀ ਟਲਿਆ ਨਹੀਂ ਹੈ। ਅਜੇ ਵੀ ਇਹ ਤੀਜੀ ਲਹਿਰ ਦੇ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਖਾਸ ਤੌਰ ਤੇ ਸਿਹਤ ਵਿਭਾਗ ਹਸਪਤਾਲਾਂ ਦੇ ਵਿੱਚ ਬੈੱਡਾਂ ਦੀ ਸਮਰੱਥਾ ਵਧਾਈ ਗਈ। ਵੈਕਸੀਨ ਦੇ ਕੀ ਹਾਲਾਤ ਨੇ? ਸਾਡੇ ਨਾਲ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੱਧੂ ਮੌਜੂਦ ਨੇ। ਸਿੱਧੂ ਸਾਹਿਬ, ਇੱਕ ਵਾਰੀ ਜਿਸ ਤਰ੍ਹਾਂ ਦੇ ਹਾਲਾਤ ਨੇ, ਲੱਗਦਾ ਹੈ ਕਿ ਤਸਵੀਰ ਕਿਤੇ ਨਾ ਕਿਤੇ ਕੁਝ ਠੀਕ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੀ। ਅਸਲ ਹਾਲਾਤ, ਜ਼ਮੀਨੀ ਹਾਲਾਤ ਕੀ ਨੇ ਇਸ ਵੇਲੇ ਕਰੋਨਾ ਨੂੰ ਲੈ ਕੇ? ਕੀ ਲੋਕ ਬੇਫਿਕਰ ਹੋ ਜਾਣ ਜਾਂ ਫਿਰ ਅਜੇ ਵੀ ਕੋਈ ਹੈ ਖਤਰਾ? ਦੇਖੋ, ਗੱਲ ਇਹ ਕਿ ਵੀ ਫਿਲਹਾਲ ਜਿਹੜੇ ਆ ਉਹ ਕਾਫੀ ਜਿਹੜਾ ਕੋਵਿਡ ਦਾ ਜਿਹੜਾ ਇਸ ਵੇਲੇ ਫੈਲਾਅ ਘਟਿਆ ਹੈਗਾ, ਤੇ ਉਹਦੇ 'ਚ ਕਾਫੀ ਜਿਹੜੀ ਪੋਜ਼ਿਟਿਵਿਟੀ ਵੀ ਬਹੁਤ ਡਾਊਨ ਆਈ ਹੈ, ਪਲੱਸ ਰਿਕਵਰੀ ਰੇਟ ਕਾਫੀ ਹਾਈ ਹੈਗਾ, ਡੈਥ ਰੇਟ ਵੀ ਕਾਫੀ ਡਾਊਨ ਆਇਆ ਹੈ। ਲੇਕਿਨ ਹਾਲੇ ਵੀ 4-5 ਮੌਤਾਂ ਦੀ ਐਵਰੇਜ ਪਰ ਡੇ ਆ ਰਹੀ ਹੈ, ਪਰ ਉਹ ਮੈਂ ਕਹਿੰਦਾ ਜਿਹੜੇ ਆਫਟਰ ਕੋਵਿਡ ਜਿਹੜੀਆਂ ਮੌਤਾਂ ਉਹ ਜ਼ਿਆਦਾ 'ਚ ਇਨਕਲੂਡ ਹੋ ਰਹੀਆਂ ਨੇ। ਥਰਡ ਵੇਵ ਦੀ ਤੁਸੀਂ ਆਪ ਹੀ ਗੱਲ ਕਰ ਦਿੱਤੀ। ਜਿਸ ਤਰ੍ਹਾਂ ਪਿਛਲੀ ਵਾਰੀ ਸੈਕੰਡ ਵੇਵ ਦੀ ਗੱਲ ਸੀ, ਉਸ ਵੇਲੇ ਵੀ ਜਿਹੜਾ ਵਿਰੋਧੀ ਧਿਰਾਂ ਨੇ ਵੀ ਕਿਹਾ ਕਿ ਜਿਹੜੇ ਅਰੇਂਜਮੈਂਟ ਤੁਹਾਨੂੰ ਕਰਨੇ ਚਾਹੀਦੇ ਸੀ ਉਹ ਤੁਸੀਂ ਪਹਿਲਾਂ ਨਹੀਂ ਕੀਤੇ, ਪਰ ਇਸ ਵਾਰੀ ਉਹ ਗੱਲਾਂ ਨਹੀਂ ਹੋਣਗੀਆਂ। ਕੀ ਇਸ ਵਾਰੀ ਤੁਹਾਨੂੰ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਬਚਾ ਰਵੇ ਤਾਂ ਚੰਗਾ, ਪਰ ਰੱਬ ਨਾ ਕਰੇ ਜੇ ਹਾਲਾਤ ਵਿਗੜਦੇ ਨੇ ਤਾਂ ਤੁਸੀਂ ਪੂਰੀ ਤਰ੍ਹਾਂ ਤਿਆਰ ਹੋਵੋਗੇ? ਬਿਲਕੁਲ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਸਾਡੀਆਂ ਕਮੀਆਂ, ਦੇਖੋ ਪਹਿਲੀ ਵੇਵ ਤੋਂ ਅਸੀਂ ਬਹੁਤ ਕੁਝ ਸਿੱਖਿਆ ਸੀ, ਸੈਕੰਡ ਤੋਂ ਬਹੁਤ ਕੁਝ ਸਿੱਖਿਆ, ਤੇ ਹੁਣ ਅਸੀਂ ਆਪਣੇ ਬੈੱਡ ਵੀ ਵਧਾਏ ਨੇ, ਪਲੱਸ ਅਸੀਂ 75 ਦੇ ਕਰੀਬ ਜਿਹੜੇ PSA ਪਲਾਂਟ, ਜਿਹੜੇ ਆਕਸੀਜਨ ਪਲਾਂਟ ਨੇ, ਜਾਂ ਉਸ ਤੋਂ ਬਾਅਦ ਲਿਕੁਇਡ ਮੈਡੀਕਲ ਆਕਸੀਜਨ ਦੇ ਟੈਂਕਰ ਨੇ, ਉਹ ਅਸੀਂ ਤਕਰੀਬਨ ਸਾਡੇ ਡਿਸਟ੍ਰਿਕਟ ਹਸਪੀਟਲ, ਸਾਡੇ ਸਬ ਡਿਵੀਜ਼ਨ ਹਸਪੀਟਲ, ਕਮਿਊਨਿਟੀ ਹੈਲਥ ਸੈਂਟਰ, ਪਲੱਸ ਸਾਡੇ ਜਿਹੜੇ ਮੈਡੀਕਲ ਕਾਲਜ ਨੇ ਉਹਨਾਂ ਦੇ ਵੱਡੇ ਟੈਂਕ ਲਾਉਣੇ, ਜਿਹੜੇ ਕਿ ਅਸੀਂ ਤਕਰੀਬਨ ਵੈਂਟੀਲੇਟਰਾਂ ਦਾ ਵੱਧ ਪ੍ਰਬੰਧ ਕਰਨਾ, ਤੇ ਜਿਹੜੇ ਕੰਸਟਰੇਟਰ ਹੈਗੇ ਨੇ ਆਕਸੀਜਨ ਦੇ, ਉਹ ਅਸੀਂ ਆਲਮੋਸਟ ਕਾਫੀ ਵੱਡੀ ਮਾਤਰਾ 'ਚ ਖਰੀਦੇ ਨੇ। ਤੇ ਜਿਹੜਾ ਹੋਰ ਵੀ ਜਿਹੜਾ ਸਾਨੂੰ ਸਮਾਨ ਉਹਦੇ 'ਚ ਥਰਡ ਵੇਵ ਜ਼ਰੂਰਤ ਪੈਣੀ ਹੈ, ਉਹ ਤੇ ਅਸੀਂ ਪੂਰੇ ਜ਼ੋਰ ਨਾਲ ਲੱਗੇ ਹੋਏ ਹਾਂ। ਇੱਕ ਪਿਛਲੀ ਵਾਰ ਬੰਦ ਵੈਂਟੀਲੇਟਰ ਦੀਆਂ ਤਸਵੀਰਾਂ, ਖਰਾਬ ਵੈਂਟੀਲੇਟਰ ਦੀਆਂ ਤਸਵੀਰਾਂ ਬੜੀਆਂ ਚੱਲਦੀਆਂ ਰਹੀਆਂ ਕਿ ਸਰਕਾਰ ਨੇ ਪੂਰੇ ਅਰੇਂਜਮੈਂਟ ਨਹੀਂ ਕੀਤੇ। ਦੂਜਾ ਕਿ ਸਟਾਫ ਨੂੰ ਲੈ ਕੇ ਬੜੀ ਵੱਡੀ ਸਮੱਸਿਆ ਸੀ, ਤੁਸੀਂ ਖੁਦ ਕਹਿੰਦੇ ਸੀ ਕਿ ਸਾਡੇ ਕੋਲ ਸਟਾਫ ਨਹੀਂ ਹੈ ਵੈਂਟੀਲੇਟਰ ਆਪਰੇਟ ਕਰਨ ਦੇ ਲਈ। ਮੈਂ ਤੁਹਾਨੂੰ ਪਹਿਲੀ ਗੱਲ ਦੱਸਣਾ ਚਾਹੁੰਦਾ, ਵੈਂਟੀਲੇਟਰ ਜਿਹੜਾ ਹੈਗਾ ਉਹ ਬਹੁਤ ਲਾਸਟ ਸਟੇਜ ਜਾ ਕੇ ਜ਼ਰੂਰਤ ਪੈਂਦੀ ਹੈ, ਤੇ ਵੈਂਟੀਲੇਟਰ ਜਿਹੜੇ ਸੈਂਟਰ ਗਵਰਨਮੈਂਟ ਨੇ ਸਪਲਾਈ ਕੀਤੇ ਸੀ, ਨਾ ਕਿ ਅਸੀਂ ਖੁਦ ਪਰਚੇਜ ਕੀਤੇ ਸੀ, ਸਾਨੂੰ ਉਹਨਾਂ ਵੱਲੋਂ ਆਏ ਸੀ। ਉਸ ਤੋਂ ਵੈਕਸੀਨੇਸ਼ਨ ਦਾ ਕੀ ਸਟੇਟਸ ਹੈ? ਕਿਉਂਕਿ ਵੈਕਸੀਨੇਸ਼ਨ ਤੋਂ ਬਿਨਾਂ ਬਚਾ ਨਹੀਂ ਹੋ ਸਕਦਾ। ਬੜਾ ਇੰਪੋਰਟੈਂਟ ਪੁਆਇੰਟ ਕੀਤਾ ਕਿ ਸਾਡੇ ਇਸ ਵੇਲੇ ਤਕਰੀਬਨ ਇਹ ਕਹਾਂਗੇ ਕਿ ਵੈਕਸੀਨੇਸ਼ਨ ਕਾਫੀ ਵੱਡੇ ਪੱਧਰ 'ਤੇ ਅਸੀਂ ਕਰ ਰਹੇ ਹਾਂ, ਪਰ ਲੇਕਿਨ ਸਾਨੂੰ ਉਸ ਮਾਤਰਾ 'ਚ ਸਪਲਾਈ ਨਹੀਂ ਮਿਲੀ ਜਿੰਨੀ ਸਾਨੂੰ ਚਾਹੀਦੀ ਹੈਗੀ ਹੈ। ਤਾਂ ਪੰਜਾਬ ਦਾ ਸਿਹਤ ਮਹਿਕਮਾ ਕਹਿੰਦੇ ਨੇ ਕਿ ਪੂਰੀ ਤਰ੍ਹਾਂ ਤਿਆਰ ਹੈ। ਥਰਡ ਵੇਵ ਤੋਂ ਪਹਿਲਾਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਨਵਾਂ ਸਟਾਫ ਭਰਤੀ ਕੀਤਾ ਜਾ ਰਿਹਾ ਤਾਂ ਕਿ ਅਗਰ ਰੱਬ ਨਾ ਕਰੇ ਥਰਡ ਵੇਵ ਭਿਆਨਕ ਹੁੰਦੀ ਹੈ ਤਾਂ ਉਸ ਦੇ ਵਿੱਚ ਲੋਕਾਂ ਦਾ ਬਚਾਅ ਕਿਵੇਂ ਕੀਤਾ ਜਾਣਾ ਹੈ। ਫਿਲਹਾਲ ਪੰਜਾਬ ਸਰਕਾਰ ਇਸ ਦੇ ਲਈ ਖੁਦ ਨੂੰ ਪੂਰੀ ਤਰ੍ਹਾਂ ਤਿਆਰ ਦੱਸ ਰਹੀ ਹੈ। ਕੈਮਰਾਮੈਨ ਸੁਖਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।
ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਜਿਨ੍ਹਾਂ ਦੇ ਆਨਲਾਈਨ ਚਲਾਨ ਹੁੰਦੇ ਨੇ ਉਸ ਦੇ ਨਾਲ ਜੁੜੀ ਹੋਈ ਹੈ। ਪੈਂਡਿੰਗ ਚਲਾਨ ਦੇ ਉੱਤੇ ਚੰਡੀਗੜ੍ਹ ਪੁਲਿਸ ਸਖਤੀ ਕਰਦਾ ਨਜ਼ਰ ਆ ਰਿਹਾ ਹੈ। ਚਲਾਨਾਂ ਨੂੰ ਲੈ ਕੇ ਘਰ ਘਰ ਟ੍ਰੈਫਿਕ ਪੁਲਿਸ ਜਾਏਗੀ, ਮੌਕੇ ਤੇ ਹੀ ਫਿਰ ਚਲਾਨ ਦਾ ਭੁਗਤਾਨ ਕਰਨਾ ਹੋਏਗਾ। ਜੇਕਰ ਕੋਈ ਭੁਗਤਾਨ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ। 2018 ਤੋਂ ਬਾਅਦ ਆਨਲਾਈਨ ਜਿਹੜੇ ਚਲਾਨ ਪੈਂਡਿੰਗ ਪਏ ਨੇ ਉਹਨਾਂ ਦੇ ਉੱਤੇ ਐਕਸ਼ਨ लिया जा रहा है। चंडीगढ़ ट्रैफिक पुलिस की तरफ से एक नई पहल की जा रही है। अब लोगों के लिए भी एक मैसेज है जिसमें जिसके पेंडिंग चलान है, जिसके भी जो ऑनलाइन पेंडिंग्स है चलान है या फिर दूसरे जो चलान है, अगर वो पेंडिंग है 2018 से ऑनवर्ड्स, उनके लिए एक डाटा जो है वो तैयार किया गया है और उनके लिए टीमें बनाई गई हैं जो कि उनके घर पहुंचकर उनसे कलेक्शन करेगी। जो चंडीगढ़ ट्रैफिक पुलिस के अधिकारियों से बातचीत हुई है उनका कहना है कि एक जो डाटा तैयार किया गया है 2018 से लेकर अभी तक का, जिसमें कई बहुत ज़्यादा जो पेंडिंग चलान्स हैं उनको लेकर उनके घर तक पहुंचेंगे और उनसे कलेक्शन की जाएगी, जिसके लिए जो टीम्स हैं वो बनाई गई है और कई चीज़ें जो हैं उसमें ऐड की गई है। हमारे साथ डीएसपी पलक गोयल जी हैं, उनसे बातचीत करते हैं। मैम, ये पूरा मकसद क्या है जो पेंडिंग चलान्स की आपने बात की? एक्चुअली अगर देखा जाए तो हमारे यहाँ पर चलानिंग तो हम करते हैं, हमारी इन्फोर्समेंट अच्छी है, बट पेमेंट जो है लोगों फिर भी अब इतनी पेमेंट नहीं कर रहे हैं लोग। उसके मल्टीपल रीजंस हो सकते हैं, तो हम अपनी तरफ से ये इंश्योर कराना चाहते हैं कि चलान्स की भुगताई भी हो, तभी लोगों में एक इन्फोर्समेंट के रिगार्डिंग फियर आएगा कि हाँ जी हमें अपने चलान्स की पेमेंट करनी पड़ी है, तो हम ट्रैफिक रूल्स को फॉलो करें, उन्हें वायलेट ना करें। और इससे ये भी है कि कई बार कोविड सिचुएशन की वजह से लोग, हमारे रीजन कुड भी कि ऑफिस नहीं आ पा रहे हैं अपने चलान के भुगतान करने, या ऑनलाइन कई लोगों को अभी भी इतनी सहूलियत नहीं है ऑनलाइन यूज करने की, तो उनको फैसिलिटेट करने के लिए भी नॉट जस्ट फॉर इन्फोर्समेंट, सिर्फ इन्फोर्समेंट के लिए नहीं, उन्हें फैसिलिटेट करने के लिए भी हम घर से घर जा रहे हैं ताकि हम उनके वहीं पर उनके डोर टू डोर पे हम कलेक्ट कर पाएं। किस तरह से प्रोसीजर रहेगा, किस तरह से पूरा डाटा आप लोगों ने जो है वो रिकवर किया है या किस तरह से डाटा कलेक्ट किया है? हमने 2018 ऑनवर्ड्स जो भी हमारे पेंडिंग चलान्स हैं उनको हमने एक क्यूमुलेट किया है। कई बार तो ऐसा है कि एक ही पर्सन के नाम पे बहुत सारे चलान हैं, तो जिनके सबसे मैक्सिमम चलान है, सबसे ज़्यादा चलान है, पहले हम उन लोगों को टारगेट कर रहे हैं कि उनसे जाके हम रिकवरी ले लें, एंड ऐसे ऐसे हमारा फ्लो रहेगा। हमने 2 टीम्स बनाई हैं, 2 हमारी मोबाइल टीम्स हैं, जिनमें दोनों में 2 हमारे टीम मेंबर्स रहेंगे और ये लोग घर से घर जाएंगे। बॉडी वॉर्न कैमरास के साथ भी आप देख सकते हैं हमने इनको इक्विप किया है ताकि ऐसा कोई इशू ना आए कि इनकी तरफ से कोई मिसबिहेवियर हो जाए या सामने वाले की तरफ से कोई मिसबिहेवियर रहे, और सबका